ਸਾਨੂੰ ਇਸ ਤਰ੍ਹਾਂ ਦੱਸਦਾ ਹੈ For the word of God says like ਕਿਉਂਕਿ this. ਉਸਨੇ ਮੈਨੂੰ ਮੁਕਤੀ ਦੇ ਵਸਤਰ ਪਵਾਏ ਹਨ For he has worn me the clothes of salvation. ਉਸ ਧਰਮ ਦੇ ਚੋਗੇ ਦੇ ਨਾਲ ਮੈਨੂੰ ਕੱਜਿਆ And he has given me the crown of righteousness. ਉਹ ਕਹਿੰਦਾ ਤੁਹਾਨੂੰ ਧਾਰਮਿਕਤਾ ਦੇ ਵਸਤਰ ਦਿੰਦਾ ਹੈ ਉਹ And he gives you the clothes of righteousness. ਅਤੇ ਉਹ ਜਿਹੜੇ ਧਾਰਮਿਕਤਾ ਦੇ ਵਸਤਰ ਸਾਨੂੰ ਦਿੰਦਾ ਹੈ And the clothes of righteousness that he gives us. ਉਹਨਾਂ ਵਸਤਰਾਂ ਦੇ ਅੰਦਰ ਇਹ ਤਾਕਤ ਹੈ ਕਿ ਅਸੀਂ ਯਿਸੂ ਦੇ ਨਾਮ ਦੇ ਵਿੱਚ ਕਿਸੇ ਨੂੰ ਗਵਾਹੀ ਦੇ ਸਕੀਏ And those clothes have the power that we can witness Jesus. ਪ੍ਰਕਾਸ਼ ਦੀ ਪੋਥੀ ਦੇ ਵਿੱਚ ਤਾਂ ਹੀ ਲਿਖਦਾ ਕਿ ਡਰਾਕਲਾਂ ਤੇ ਬੇਪਰਤੀਤਿਆਂ That's why it is written in Revelation, all those who are scared and ਡਰਾਕਲ ਕੌਣ ਨੇ who are scared, ਜਿਹੜੇ ਯਿਸੂ ਦੇ ਨਾਂ ਦੀ ਗਵਾਹੀ ਦੇਣ ਤੋਂ ਡਰਦੇ ਨੇ who are fearful when they witness Jesus Christ. ਜਿਹੜੇ ਇਸ ਦੁਨੀਆ ਦੇ ਉੱਤੇ ਆਦਮੀਆਂ ਦੇ ਆਖੇ ਲੱਗਦੇ ਨੇ ਅਤੇ ਪਰਮੇਸ਼ਵਰ ਦੇ ਲੋਕਾਂ ਦੇ ਖਿਲਾਫ ਜਾਂਦੇ ਨੇ Those who are obedient to the men of this world but are disobedient to the God and his people. ਪਰ ਪਰਮੇਸ਼ਵਰ ਦੀ ਆਗਿਆਕਾਰੀ ਕਰਨ ਵਾਲੇ ਲੋਕਾਂ ਦੀ ਗੱਲ ਕਰ ਰਿਹਾ ਹੈ But he's talking about those people who are obedient to God. ਅਤੇ ਬਾਈਬਲ ਦੇ ਵਿੱਚ ਲਿਖਿਆ ਉਸਨੇ ਧਰਮ ਦੇ ਚੋਗੇ ਦੇ ਨਾਲ ਮੈਨੂੰ ਖੱਜਿਆ ਹੈ ਢਕਿਆ ਹੈ And it is written in the Bible, he has covered me with a gown of righteousness. ਅਤੇ ਜਿਵੇਂ ਲਾੜਾ ਸੇਰੇ ਨਾਲ ਆਪਣੇ ਆਪ ਨੂੰ ਸਵਾਰਦਾ ਹੈ As a bridegroom just beautifies himself so with a turban. ਅਤੇ ਜਿਹੜੀ ਲਾੜੀ ਹੈ ਉਹ ਗਹਿਣਿਆਂ ਦੇ ਨਾਲ ਆਪਣੇ ਆਪ ਨੂੰ ਸਿੰਗਾਰਦੀ ਹੈ And like a bride getting beautified in the ornaments. ਇਹ ਜਿਹੜੇ ਮਸੀਹੀ ਲੋਕ ਨੇ ਜਿਨ੍ਹਾਂ ਨੇ ਬਪਤਿਸਮੇ ਲਏ ਹਨ And these Christians people who are got baptized ਅਤੇ ਜਿਨ੍ਹਾਂ ਨੇ ਅੱਜ ਬਪਤਿਸਮੇ ਲੈਣੇ ਹਨ and who are to get baptism today. ਸੋ ਬਾਈਬਲ ਦੱਸਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਸ਼ਿੰਗਾਰਨਾ ਹੈ The Bible tells how they need to beautify themselves. ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸ਼ਿੰਗਾਰ ਹੋਣਾ ਚਾਹੀਦਾ ਹੈ What sort of a beautification they might be having. ਅਤੇ ਬਾਈਬਲ ਦੇ ਵਿੱਚ ਉਹਨਾਂ ਗਹਿਣਿਆਂ ਦੇ ਨਾਮ ਦਰਜ ਹਨ And in Bible all those ornaments names are depicted. ਅਤੇ ਜਿਨ੍ਹਾਂ ਗਹਿਣਿਆਂ ਨੂੰ ਅਸੀਂ ਪਾਉਣਾ ਹੈ The ornaments which we need to wear. ਅਤੇ ਉਹ ਗਹਿਣੇ ਪਾ ਕੇ ਅਸੀਂ ਪਰਮੇਸ਼ਵਰ ਦੇ ਉਸ ਰਾਜ ਦੇ ਵਿੱਚ ਪ੍ਰਵੇਸ਼ ਕਰ ਸਕਾਂਗੇ And by wearing those ornaments we will be able to enter into the kingdom of God. ਅਤੇ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਹਰ ਉਹ ਵਿਅਕਤੀ ਜਿਸ ਦੇ ਉੱਤੇ ਪਵਿੱਤਰ ਆਤਮਾ ਦੀ ਮੋਹਰ ਨਾ ਲੱਗੀ ਹੋਵੇ And it is written in the Bible, every person who do not have the stamp of the Holy Spirit upon him, ਉਹ ਸਵਰਗ ਰਾਜ ਦੇ ਵਿੱਚ ਪ੍ਰਵੇਸ਼ ਨਹੀਂ ਕਰੇਗਾ he won't be able to enter into the ਉਹ kingdom. ਸਵਰਗ ਰਾਜ ਦੇ ਵਿੱਚ ਨਹੀਂ ਜਾਵੇਗਾ He will not go into the kingdom of God. ਇਸ ਕਰਕੇ ਪਹਿਲਾਂ ਸਾਨੂੰ ਬਪਤਿਸਮਾ ਲੈਣਾ ਹੈ First of all, we need to get baptism. ਅਤੇ ਉਸ ਤੋਂ ਬਾਅਦ ਅਸੀਂ ਪਰਮੇਸ਼ਵਰ ਦੇ ਆਤਮਾ ਨੂੰ ਪਾਉਂਦੇ ਹਾਂ Thereafter we receive the Spirit of God. ਅਤੇ ਬਾਈਬਲ ਇਸ ਤਰ੍ਹਾਂ ਦੱਸਦਾ ਹੈ And Bible tells like this. ਮੈਂ ਟੁੱਟੇ ਦਿਲ ਵਾਲਿਆਂ ਦੇ ਉੱਤੇ ਪੱਟੀ ਬੰਨਦਾ ਹਾਂ I bandage those who are wounded from heart. ਜਿਹੜਾ ਟੁੱਟਾ ਦਿਲ ਹੈ ਉਹ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ Now, how do you see a broken heart? ਟੁੱਟਾ ਦਿਲ ਜਿਹੜਾ ਹੈ A broken heart. ਤੇ ਬਾਈਬਲ ਕਹਿੰਦਾ ਉਸ ਤੇ ਪੱਟੀ ਬੰਨੀ ਜਾ ਸਕਦੀ ਹੈ That yes, it can be bandaged upon. ਤੁਹਾਨੂੰ ਪਤਾ ਜਿਸ ਸਰੀਰ ਦੇ ਬਾਹਰਲੀ ਹਿੱਸੇ ਤੇ ਸੱਟ ਲੱਗਦੀ ਹੈ ਉਸ ਨੂੰ ਪੱਟੀ ਕੀਤਾ ਜਾਂਦਾ ਹੈ But do you know we just tie a bandage upon the outer part of our body when it gets ਪਰ wounded. ਜਿਹੜਾ ਦਿਲ ਹੈ ਉਸ ਦੇ ਉੱਤੇ ਕੋਈ ਪੱਟੀ ਨਹੀਂ ਹੁੰਦੀ But into a heart you do not have any bandage to bind. ਪਰ ਬਾਈਬਲ ਕਹਿੰਦਾ ਕਿ ਇਹ ਜਿਹੜੇ ਵਚਨ ਨੇ ਤੁਹਾਡੇ ਦਿਲਾਂ ਨੂੰ ਜਾ ਕੇ ਤਸੱਲੀ ਦਿੰਦੇ ਹਨ And the Bible says these words give utterance to your heart. ਅਤੇ ਉਹ ਸਾਡੇ ਦਿਲਾਂ ਨੂੰ ਤੰਦਰੁਸਤੀ ਦਿੰਦੇ ਹਨ And it gives good health to your heart. ਅਤੇ ਦਿਲ ਦੀ ਜਿਹੜੀ ਉਪਜ ਹੈ ਉਹ ਜੀਭ ਦੇ ਰਾਹੀਂ ਬਾਹਰ ਆਉਂਦੀ ਹੈ And the growth of the heart comes through your tongue. ਬਹੁਤ ਵਾਰੀ ਅਸੀਂ ਆਪਣੇ ਮੂੰਹ ਦੇ ਵਿੱਚੋਂ ਇਦਾਂ ਦੇ ਸ਼ਬਦ ਬੋਲਦੇ ਹਾਂ Many times we speak some words from our mouth. ਅਤੇ ਸਾਡੇ ਜਿਹੜੇ ਸ਼ਬਦ ਹੈ ਉਹ ਇੱਕ ਗੋਲੀ ਦੀ ਤਰ੍ਹਾਂ ਜਾਂਦੇ ਹਨ And as words go like a bullet. ਅਤੇ ਬਹੁਤ ਸਾਰੇ ਲੋਕਾਂ ਨੂੰ ਜ਼ਖਮੀ ਕਰ ਦਿੰਦੇ ਹਨ And it wounds many people. ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਹਨ And it destroys many people's lives. ਸਾਡੇ ਸ਼ਬਦ ਜਿਹੜੇ ਨੇ Our own words. ਪਰ ਜੇ ਤੁਸੀਂ ਪਰਮੇਸ਼ਵਰ ਦੇ ਆਤਮਾ ਦੇ ਨਾਲ ਭਰੇ ਹੋਏ ਹੋ But if you're filled with the Spirit of the Lord. ਜੇ ਤੁਸੀਂ ਪਰਮੇਸ਼ਵਰ ਦੇ ਆਤਮਾ ਦੇ ਵਿੱਚ ਮਗਨ ਹੋ And if you're joyful and rejoicing in the ਜੇ Spirit of the ਤੁਸੀਂ Lord. ਪਰਮੇਸ਼ਵਰ ਦੇ ਉਸ ਅਨੁਗ੍ਰਹ ਨੂੰ ਪਾ ਲਿਆ ਹੈ And if you have had the grace of God upon ਅਤੇ you. ਜੇ ਤੁਹਾਡੇ ਅੰਦਰ ਸ਼ਾਂਤੀ And ਹੈ if there is peace in your heart. ਅਤੇ ਜਦ ਤੁਸੀਂ ਟੁੱਟੇ ਦਿਲ ਵਾਲੇ ਨੂੰ ਮਿਲੋਗੇ And when you will meet someone with a broken heart. ਤਾਂ ਬਾਈਬਲ ਦੱਸਦਾ ਹੈ ਉਸ ਨੂੰ ਸ਼ਾਂਤੀ ਮਿਲੇਗੀ Then the Bible says he will receive ਉਸ ਨੂੰ peace. ਆਨੰਦ ਮਿਲੇਗਾ He will receive joy. ਅਤੇ ਤੁਹਾਡੇ ਨਾਲ ਉਸ ਨੂੰ ਸਮਾਂ ਬਤੀਤ ਕਰਕੇ ਵਧੀਆ ਲੱਗੇਗਾ And he will feel good when he spends the time with you. ਤੁਹਾਡੇ ਵਿੱਚੋਂ ਉਸ ਦੇ ਲਈ ਚੰਗੀਆਂ ਚੀਜ਼ਾਂ ਬਾਹਰ ਜਾਣਗੀਆਂ From within you will come good things
things for him. ਅਤੇ ਤੁਸੀਂ ਦੂਜੇ ਲਈ ਸ਼ਾਂਤੀ ਦੇ ਪ੍ਰਤੀਕ ਹੋ ਜਾਓਗੇ And you will be a sign of peace for others. ਅਤੇ ਤੁਸੀਂ ਪਰਮੇਸ਼ਵਰ ਦੇ ਜਿਹੜੇ ਵਾਅਦੇ ਆ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਦੋਗੇ And you will bring upon them the promises of God. ਅਤੇ ਉਹ ਤੁਹਾਡੇ ਦੁਆਰਾ ਉਸ ਦੀ ਅਜ਼ੀਜ਼ ਆਸ਼ੀਸ਼ ਨੂੰ ਪਾ ਲੈਣਗੇ And they will receive through you his divine peace. ਅਤੇ ਉਹ ਆਨੰਦ ਦੇ ਨਾਲ ਭਰ ਜਾਣਗੇ And they will be filled with joy. ਅਤੇ ਮੱਤੀ 9 ਉਸ ਦੀ 35 ਦੇ ਵਿੱਚ ਦੇਖੋ ਕੀ ਲਿਖਿਆ ਹੈ Matthew 9 verse 35. Let us ਅਤੇ see. ਬੜਾ ਪਿਆਰਾ ਵਚਨ ਹੈ ਜਿਹੜਾ ਪਰਮੇਸ਼ਵਰ ਦਾ ਅਸੀਂ ਅੱਜ ਪੜਾਂਗੇ And it's a beautiful verse that we'll be reading today. ਅਤੇ ਇੱਥੇ ਲਿਖਿਆ ਹੈ And over here it is written ਬਈ ਯਿਸੂ ਮਸੀਹ ਉਹਨਾਂ ਦੀਆਂ ਸਮਾਜਾਂ ਦੇ ਵਿੱਚ ਉਪਦੇਸ਼ ਦਿੰਦੇ that Jesus Christ went preaching into their societies ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦੇ and preaching the good news of the kingdom ਸਾਰੇ ਰੋਗਾਂ ਨੂੰ ਠੀਕ ਕਰਦੇ and healing all kind of sickness ਅਤੇ ਸਾਰੀ ਮਾਂਦਗੀ ਨੂੰ ਦੂਰ ਕਰਦੇ and taking away all the diseases. ਸਰਬੱਤ ਨਗਰਾਂ ਤੇ ਪਿੰਡਾਂ ਦੇ ਵਿੱਚ ਗਏ He went into around all the cities and villages. ਤੇ ਬਾਈਬਲ ਇਸ ਤਰ੍ਹਾਂ ਦੱਸਦਾ ਹੈ ਕਿ ਯਿਸੂ ਮਸੀਹ ਦੁਨੀਆ ਤੇ ਆਏ For Bible says Jesus Christ came into this world ਤਾਂ ਕਿ ਉਹ ਪਰਮੇਸ਼ਵਰ ਦਾ ਜਿਹੜਾ ਅਨੁਗ੍ਰਹ ਹੈ ਪਰਮੇਸ਼ਵਰ ਦਾ ਜਿਹੜਾ ਸੰਸਾਰ ਦੇ ਨਾਲ ਪਿਆਰ ਹੈ so that the love of the Lord that he has for the world and his people, ਤਾਂ ਕਿ ਉਹ ਉਸ ਪਿਆਰ ਨੂੰ ਦੁਨੀਆ ਦੇ ਵਿੱਚ ਲੈ ਕੇ ਆ ਸਕਣ so that he could bring that love into this world. ਅਤੇ ਉਹ ਜਿਹੜਾ ਪਿਆਰ ਹੈ ਉਹ ਦੁਨੀਆ ਦੇ ਵਿੱਚ ਫੈਲਾਇਆ ਜਾ ਸਕੇ And that love could be flourished and it should be scattered into this world. ਅੱਜ ਸਾਰੀ ਦੁਨੀਆ ਦੇ ਵਿੱਚ ਯਿਸੂ ਮਸੀਹ ਦੇ ਨਾਂ ਦੇ ਵਿੱਚ ਆਰਾਧਨਾ ਹੋ ਰਹੀ ਹੈ In all the world there's a worshiping going in the name of Jesus. ਸਾਰੀ ਦੁਨੀਆ ਦੇ ਵਿੱਚ ਲੋਕ ਪਰਮੇਸ਼ਵਰ ਦੇ ਵੱਲ ਹੱਥ ਵਧਾ ਕੇ ਉਸ ਦੀ ਵਡਿਆਈ ਕਰ ਰਹੇ In ਹਨ all the world people are raising their hands towards God and worshiping him. ਇਸ ਦਾ ਕੀ ਕਾਰਨ ਹੈ ਦੋਸਤੋ What is the reason ਕਿਉਂਕਿ behind? ਪਰਮੇਸ਼ਵਰ ਨੇ ਜਗਤ ਦੇ ਨਾਲ ਪ੍ਰੇਮ ਕੀਤਾ For ਹੈ God loved the world. ਅਤੇ ਉਹ ਜਿਹੜਾ ਪ੍ਰੇਮ ਹੈ ਉਹ ਸਾਡੇ ਵਿੱਚ ਆ ਚੁੱਕਾ ਹੈ And that love have come into us. ਅਤੇ ਅਸੀਂ ਪਰਮੇਸ਼ਵਰ ਦੀ ਯੋਜਨਾ ਨੂੰ ਸਮਝ ਚੁੱਕੇ ਹਾਂ And we have come to know the will of the Father. ਅਤੇ ਹੁਣ ਅਸੀਂ ਉਸ ਦੀ ਯੋਜਨਾ ਦੇ ਵਿੱਚ ਸ਼ਾਮਲ ਹੋ ਚੁੱਕੇ ਹਾਂ And we are present into his will. ਅਤੇ ਬਹੁਤ ਸਾਰੇ ਆ ਜਿਹੜੇ ਉਹਦੀ ਯੋਜਨਾ ਦੇ ਵਿੱਚ ਸ਼ਾਮਲ ਹੋ ਚੁੱਕੇ ਹਨ And many have come into his will. ਅਤੇ ਬਹੁਤ ਸਾਰੇ ਆ ਜਿਹੜੀ ਉਸ ਯੋਜਨਾ ਲਈ ਬੁਲਾਏ ਗਏ ਹਨ And many have been called to be into his will. ਪਰ ਹਜੇ ਤੱਕ ਉਹ ਪਰਮੇਸ਼ਵਰ ਦੀ ਯੋਜਨਾ ਨੂੰ ਆਪਣੇ ਜੀਵਨ ਦੇ ਅੰਦਰ ਆਣ ਨਹੀਂ ਦਿੰਦੇ But many have not allowed the will of God to come into their lives. ਅਤੇ ਅੱਜ ਅਸੀਂ ਉਸ ਦੇ ਧਾਰਮਿਕਤਾ ਦੇ ਵਸਤਰਾਂ ਨੂੰ ਪਾ ਲਈਏ Today we wear upon ourselves his clothes of righteousness. ਅਤੇ ਉਹ ਜਿਹੜੇ ਧਾਰਮਿਕਤਾ ਦੇ ਵਸਤਰਾਂ ਦੀ ਬਾਈਬਲ ਗੱਲ ਕਰਦਾ ਹੈ And the Bible talks about those clothes of righteousness. ਅਤੇ ਉਹ ਦੱਸਦਾ ਹੈ ਕਿ ਉਹਦੇ ਵਿੱਚ ਉਸਨੇ ਸਾਨੂੰ ਖੁਸ਼ੀ ਜਿਹੜੀ ਹੈ ਉਹਦੇ ਨਾਲ ਦਿੱਤੀ ਹੋਈ ਹੈ And it is written that he has given the joy along with it. ਅਤੇ ਅੱਜ ਅਸੀਂ ਖੁਸ਼ੀ ਨੂੰ ਲੱਭਦੇ ਹਾਂ ਬਾਹਰ ਜਾ ਕੇ And we are finding joy and happiness outside. ਅਸੀਂ ਖੁਸ਼ ਹੋਣਾ ਚਾਹੁੰਦੇ ਹਾਂ We want to be happy. ਅਤੇ ਕਿਸ ਤਰ੍ਹਾਂ ਅਸੀਂ ਖੁਸ਼ ਹੋ ਸਕਦੇ ਹਾਂ And how can we glad? ਕਿੱਦਾਂ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿ ਸਕਦੇ ਹਾਂ How can we happy into a life? ਕਈ ਵਾਰੀ ਆਦਮੀ ਆਪਣੀ ਖੁਸ਼ੀ ਦੇ ਲਈ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ Sometimes for his joy someone wants to do bad to someone. ਅਤੇ ਆਪਣੀ ਖੁਸ਼ੀ ਲਈ ਦੂਜਿਆਂ ਦੀ ਪੈਰਵਾਈ ਕਰਦਾ ਹੈ And he just takes someone into account for. ਉਹਨਾਂ ਲਈ ਬੁਰਾ ਭਲਾ ਬੋਲਦਾ ਹੈ And he talks bad about the ਉਹਨਾਂ ਦੇ other ਬਿਜ਼ਨਸ ਨੂੰ ਥੱਲੇ ਕਰਨਾ ਚਾਹੁੰਦਾ He ਹੈ wants to make their business down. ਅਤੇ ਆਖਿਰ ਦੇ ਵਿੱਚ ਅਸੀਂ ਉੱਥੇ ਪਹੁੰਚਦੇ ਹਾਂ At the last we reach to that point ਬਈ ਉਹ ਇੱਕ ਖੁਸ਼ੀ ਨੂੰ ਲੱਭ ਰਿਹਾ ਹੈ that he is finding peace and joy. ਅਤੇ ਜਿਹੜੀ ਖੁਸ਼ੀ ਹੈ ਮੇਰੇ ਦੋਸਤੋ And the happiness that is, my ਉਹ friends, ਪਰਮੇਸ਼ਵਰ ਦੇ ਪਿਆਰ ਤੇ ਮੁਹੱਬਤ ਦੇ ਵਿੱਚੋਂ ਮਿਲਦੀ ਹੈ that comes from the love of the mighty God. ਅਤੇ ਉਹ ਜਿਹੜੇ ਧਾਰਮਿਕਤਾ ਦੇ ਵਸਤਰ ਨੇ ਉਹਨਾਂ ਚੋਂ ਮਿਲਦੀ ਹੈ And it comes from the clothes of righteousness. ਅਤੇ ਉਹ ਕਹਿੰਦਾ ਕਿ ਜਿਹੜਾ ਪਰਮੇਸ਼ਵਰ ਦਾ ਜਿਹੜਾ ਆਤਮਾ ਹੈ And he's saying that the spirit of the Lord, ਜਦ ਤੱਕ ਤੁਹਾਡੇ ਉੱਤੇ ਉਹਦਾ ਆਤਮਾ ਨਹੀਂ ਆ ਜਾਂਦਾ till the time his spirit doesn't come upon ਜਦ ਤੱਕ you, ਤੁਸੀਂ ਉਹਦੀ ਆਤਮਾ ਦੇ ਥੱਲੇ ਨਹੀਂ ਆ ਜਾਂਦੇ until the time you do not come under his spirit, ਉਸ ਤੱਕ ਤੁਸੀਂ ਉਦੋਂ ਤੱਕ ਤੁਸੀਂ ਉਸ ਦੀ ਆਸ਼ੀਸ਼ ਨੂੰ ਲੈ ਨਹੀਂ ਸਕਦੇ till the time you cannot receive ਉਦੋਂ his ਤੱਕ blessing. ਜੀਵਨ ਬਦਲੇਗਾ ਨਹੀਂ Till the time life will not change. ਉਦੋਂ ਤੱਕ ਜੀਵਨ ਸਮੂਥ ਨਹੀਂ ਹੋਵੇਗਾ Till the time the life will not be uniform. ਅਤੇ ਅੱਜ ਸਾਨੂੰ ਆਪਣੇ ਜੀਵਨ ਦੇ ਅੰਦਰ ਪਰਮੇਸ਼ਵਰ ਦੇ ਜਿਹੜੇ ਮਾਰਗ ਹਨ ਉਹਨੂੰ ਲੈਣਾ ਜ਼ਰੂਰੀ ਹੈ We need to take into our life the paths of God. ਕਿਉਂਕਿ ਪਰਮੇਸ਼ਵਰ ਤੁਹਾਡੇ ਜੀਵਨ ਦੇ ਅੰਦਰ ਆਪਣੀ ਆਸ਼ੀਸ਼ ਨੂੰ ਪਾਉਣਾ ਤਾਂ ਚਾਹੁੰਦੇ ਹਨ For God wants to pour into your lives his blessings. ਪਰ ਸਾਡਾ ਡਰ ਜਿਹੜਾ ਹੈ ਉਹ ਪਰਮੇਸ਼ਵਰ ਦੇ ਜਿਹੜੇ ਉਹ ਅਨਮੋਲ ਪਦਾਰਥ ਹਨ ਉਹਨਾਂ ਤੱਕ ਸਾਨੂੰ ਪਹੁੰਚਣ ਨਹੀਂ ਦਿੰਦਾ But our fear
doesn't let those blessings or us to go to that point. ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਯਿਸੂ ਮਸੀਹ ਦੇ ਨਾਲ ਆਪਣਾ ਰਿਸ਼ਤਾ ਜੋੜੀ ਬੈਠੇ ਹਨ Many have bind their relationship with Jesus Christ. ਪਰ ਬਾਈਬਲ ਦੱਸਦਾ ਹੈ ਕਿ ਉਹਨਾਂ ਦੇ ਅੰਦਰ ਇੱਕ ਡਰ ਦਾ ਸਪਿਰਿਟ ਹੈ But Bible says there is a fear spirit in their heart. ਅਤੇ ਜਿਹੜੇ ਡਰਾਕਲ ਲੋਕ ਨੇ ਜਿਨ੍ਹਾਂ ਦੇ ਅੰਦਰ ਡਰ ਦਾ ਸਪਿਰਿਟ ਉਹ ਕਿੱਥੇ ਜਾਣਗੇ And those who have the spirit of fear in them, where they will go. ਅਤੇ ਬਾਈਬਲ ਦੱਸਦਾ ਹੈ ਕਿ ਉਹਨਾਂ ਸਾਰਿਆਂ ਦਾ ਹਿੱਸਾ ਉਸ ਝੀਲ ਦੇ ਵਿੱਚ ਹੋਵੇਗਾ And the Bible tells their path will be into that lake. ਬਾਈਬਲ ਇਸ ਤਰ੍ਹਾਂ ਦੱਸਦਾ ਕਿ ਜੇ ਤੁਸੀਂ ਬਪਤਿਸਮਾ ਨਹੀਂ ਲਓਗੇ ਕਿ ਤੁਹਾਡਾ ਹਿੱਸਾ ਉਸ ਝੀਲ ਵਿੱਚ ਹੋਵੇਗਾ Bible tells if you do not get baptized, your path will be in that lake. ਅਤੇ ਬਾਈਬਲ ਦੱਸਦਾ ਜੇ ਤੁਸੀਂ ਪਰਮੇਸ਼ਵਰ ਦੇ ਨਾਲ ਵਫਾਦਾਰ ਨਹੀਂ ਹੋਗੇ ਤਾਂ ਤੁਹਾਡਾ ਹਿੱਸਾ ਉਸ ਝੀਲ ਵਿੱਚ ਹੋਵੇਗਾ And the Bible tells if you are not faithful to God, your path will be into that lake. ਉਹ ਝੀਲ ਜਿਹੜੀ ਅੱਗ ਤੇ ਗੰਧਕ ਦੇ ਨਾਲ ਬਲਦੀ ਹੈ That lake which burns with sulfur and fire. ਅਤੇ ਬਾਈਬਲ ਦੱਸਦਾ ਹੈ ਕਿ ਉਹ ਦੂਸਰੀ ਮੌਤ ਹੈ The Bible tells that is the second death. ਅਤੇ ਬਾਈਬਲ ਦੱਸਦਾ ਹੈ ਕਿ ਜਿਹੜੇ ਡਰਦੇ ਲੋਕ ਹਨ And Bible tells all those who are fear. ਜਿਸ ਤਰ੍ਹਾਂ ਯੀਸ਼ੂ ਮਸੀਹ ਨੂੰ ਫੜਨ ਸਮੇਂ At the time when they were about to catch hold of ਬਹੁਤ Jesus. ਵੱਡੀ ਉਦਾਹਰਨ ਹੈ ਜਿਹੜੀ ਮੈਂ ਇਸ ਦੇ ਨਾਲ ਜੋੜਨੀ ਚਾਹੁੰਦਾ I ਹਾਂ don't want to put in a big example. I want to get into that. ਜਦੋਂ ਯੀਸ਼ੂ ਮਸੀਹ ਆਪਣੇ ਚੇਲਿਆਂ ਦੇ ਨਾਲ ਗਤਸਮਨੀ ਬਾਗ ਦੇ ਵਿੱਚ ਬੈਠੇ ਸਨ As Jesus was sitting with his disciples into the garden of Gethsemane. ਤੇ ਉਸ ਵੇਲੇ ਉੱਥੇ ਪ੍ਰਾਰਥਨਾ ਕਰ ਰਹੇ ਸਨ And they were praying over there. ਅਤੇ ਉਹਨਾਂ ਨੂੰ ਫੜਨ ਦਾ ਵਕਤ ਆ ਗਿਆ ਸੀ And it was time for him to be arrested. ਅਤੇ ਜਦੋਂ ਲੋਕਾਂ ਦੀ ਵੱਡੀ ਭੀੜ ਆਈ And a long crowd came over there. ਅਤੇ ਜਦੋਂ ਹਕੂਮਤਾਂ ਦੇ ਕੁਝ ਲੋਕ ਨਾਲ ਆਏ And the authorities came along with people. ਅਤੇ ਉਹਨਾਂ ਨੇ ਜਲਦਬਾਜ਼ੀ ਦੇ ਵਿੱਚ ਆ ਕੇ ਪੁੱਛਿਆ ਕਿ ਯਿਸੂ ਕਿੱਥੇ ਹੈ And all of a sudden they asked, where is Jesus? ਜਾਂ ਯਿਸੂ ਕੌਣ ਹੈ Who is Jesus? ਤੇ ਯਿਸੂ ਮਸੀਹ ਨੇ ਕਿਹਾ ਮੈਂ ਹਾਂ ਯਿਸੂ And Jesus said, I am Jesus. ਪਰ ਜੇ ਯਿਸੂ ਮਸੀਹ ਉੱਥੋਂ ਭੱਜਣਾ ਚਾਹੁੰਦੇ If Jesus wanted to run away from there, ਲੁਕਣਾ ਚਾਹੁੰਦੇ want to hide ਜੇ ਉਹ himself, ਆਪਣੇ ਚੇਲਿਆਂ ਨੂੰ ਇਹ ਹੁਕਮ ਦਿੰਦੇ if he would have commanded his disciples ਬਈ ਤੁਸੀਂ ਭੀੜ ਦੇ ਨਾਲ ਲੜੋ ਭਿੜੋ that you just fight with the crowd, ਤੇ ਯਿਸੂ ਉਸ ਦਿਨ ਜਿਹੜਾ ਆ ਉਹ ਆਪਣਾ ਸਮਾਂ ਬਚਾ ਸਕਦੇ ਸਨ and Jesus could have saved that his time at that moment. ਪਰ ਬਾਈਬਲ ਇੱਕ ਗੱਲ ਨੂੰ ਸਾਫ਼ ਕਰਦਾ ਹੈ Bible clears one thing, ਬਈ ਯਿਸੂ ਮਸੀਹ ਦੇ ਨਾਂ ਦੇ ਅੰਦਰ ਡਰ ਨਹੀਂ ਹੈ and Jesus Christ doesn't have fear in his name. ਅਤੇ ਜਿਹੜੇ ਯਿਸੂ ਮਸੀਹ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਅੰਦਰ ਵੀ ਡਰ ਨਹੀਂ ਹੈ And all those who get bind with the name of Jesus, they do not have fear either. ਅਤੇ ਪਰ ਜਿਨ੍ਹਾਂ ਦੇ ਅੰਦਰ ਡਰ But ਹੈ the ones who have fear in ਡਰ ਦਾ them ਹਿੱਸਾ and ਹੈ have the part of ਉਹ fear, ਪਰਮੇਸ਼ਵਰ ਦੇ ਲੋਕ ਨਹੀਂ ਹਨ they are not the people of ਉਹ God. ਪਰਮੇਸ਼ਵਰ ਦੇ ਰਾਜ ਦੇ ਲੋਕ ਵੀ ਨਹੀਂ They ਹਨ are not the people of the kingdom. ਉਹ ਧਾਰਮਿਕਤਾ ਦੇ ਵਸਤਰਾਂ ਦੇ ਅੰਦਰ ਵੀ ਨਹੀਂ ਹਨ They are not into the clothes of ਉਹ righteousness. ਯਿਸੂ ਦੇ ਲਹੂ ਦੇ ਉੱਤੇ ਭਰੋਸਾ ਨਹੀਂ ਰੱਖਦੇ They do not believe on the blood of Jesus ਉਹ Christ. ਨੇਚਾ ਨਹੀਂ ਕਰਦੇ They do not believe. ਇਸੇ ਕਰਕੇ ਲਿਖਦਾ ਕਿ ਜਿਹੜੇ ਬੇਪਰਤੀਤੇ ਹਨ That's why he is writing all those who are unbelievers. ਸਾਡੇ ਵਿੱਚ ਬਹੁਤ ਸਾਰੇ ਬੇਪਰਤੀਤੇ ਵੀ ਹਨ Amongst us are many unbelievers. ਯਿਸੂ ਮਸੀਹ ਦੇ ਨਾਲ ਆਪਣੇ ਆਪ ਨੂੰ ਜੋੜਨਾ And to bind ਉਹਦੇ ਨਾਲ ਆਪਣਾ ਰਿਸ਼ਤਾ ਬਣਾਉਣਾ and make a relationship with him. ਸਿਰਫ ਬਰਕਤਾਂ ਤੇ ਚੰਗਿਆਈਆਂ ਦਾ ਹਿੱਸਾ ਨਹੀਂ ਹੈ It's not a part of only blessings and no ਬਾਈਬਲ healing. ਇਸ ਤਰ੍ਹਾਂ ਦੱਸਦਾ ਹੈ Bible tells like this. ਆਕਾਸ਼ ਦੇ ਹੇਠਾਂ And into the ਧਰਤੀ ਦੇ sky ਉੱਤੇ and all this earth. ਕੋਈ ਦੂਜਾ ਨਾਮ ਨਹੀਂ ਹੈ None other name. ਕਿਸੇ ਨਾਮ ਤੇ ਮੁਕਤੀ ਨਹੀਂ ਹੈ No name has the ਜਿਸ ਨਾਮ salvation ਤੋਂ ਅਸੀਂ ਬਚਾਈ ਜਾਂਦੇ by ਹਾਂ which we can be ਉਸਨੇ ਕਿਹਾ saved. ਕੋਈ ਨਾਮ ਨਹੀਂ He ਹੈ says no ਇੱਕ ਵੀ name. ਨਾਮ ਨਹੀਂ ਹੈ No name. ਸਿਰਫ ਇੱਕੋ ਹੀ ਨਾਮ There ਹੈ is only one name. ਉਹ ਨਾਮ ਹੈ ਯਿਸੂ ਮਸੀਹ ਦਾ ਨਾਮ And that name is of ਜੀਸਸ ਕ੍ਰਾਈਸਟ Jesus Christ. ਜੀਸਸ ਕ੍ਰਾਈਸਟ Jesus Christ. ਜੀਸਸ ਕ੍ਰਾਈਸਟ Jesus Christ. ਸਿਰਫ ਯਿਸੂ ਮਸੀਹ ਦਾ ਨਾਮ ਹੈ Only the name of Jesus ਜਿਸ ਨਾਮ Christ. ਦੇ ਵਿੱਚ ਮੁਕਤੀ ਹੈ In which name is salvation. ਜਿਸ ਨਾਮ ਦੇ ਵਿੱਚ ਅਸੀਂ ਧਾਰਮਿਕਤਾ ਦੇ ਵਸਤਰਾਂ ਨੂੰ ਪਾਉਂਦੇ ਹਾਂ In which name we wear the clothes of righteousness. ਅਤੇ ਜਿਸ ਨਾਮ ਦੇ ਵਿੱਚ ਅਸੀਂ ਉਸ ਦਾ ਪ੍ਰਚਾਰ ਕਰਦੇ ਹਾਂ In which name we preach. ਉਸਨੇ ਕਿਹਾ ਜਾਓ ਸਰਬੱਤ ਸ਼ੀਸ਼ ਦੇ ਸਾਹਮਣੇ He said that go into all the world ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰੋ and preach the good news. ਖੁਸ਼ਖਬਰੀ ਦਾ ਪ੍ਰਚਾਰ ਕਰੋ Preach the good news. ਖੁਸ਼ਖਬਰੀ ਕੀ ਹੈ What is the good news? ਪਰਮੇਸ਼ਰ ਨੇ ਇਕਲੌਤਾ ਪੁੱਤਰ ਦਿੱਤਾ ਹੈ God has given his only one ਜਿਹੜਾ son ਤੇਰੇ ਤੇ ਮੇਰੇ ਪਾਪਾਂ ਲਈ ਮਰਿਆ ਹੈ who died for your sins and my sins. ਉਸਨੇ ਕਿਹਾ ਤੁਸੀਂ ਜੀਵਨ ਪਾਓ He said you have ਇਸ life. ਕਰਕੇ ਮੈਂ ਮਰ ਰਿਹਾ ਹਾਂ That's why I am baptized. ਉਸਨੇ ਕਿਹਾ ਤੁਸੀਂ ਬਲ ਨਾਲ ਭਰ ਜਾਓ So that you be filled with strength ਲੋਕਾਂ ਦੇ ਵਿੱਚ amongst the people, ਹਕੂਮਤਾਂ ਦੇ ਵਿੱਚ amongst the authorities, ਪ੍ਰਧਾਨਾਂ ਦੇ ਵਿੱਚ amongst the leaders, ਗ੍ਰੰਥੀਆਂ ਦੇ ਵਿੱਚ amongst the priests. ਮੈਂ ਨਿਰਬਲ ਹੋਇਆ ਹਾਂ I became weak. ਮੈਂ ਇਸ ਤਰ੍ਹਾਂ ਉਹਨਾਂ ਦੇ ਸਾਹਮਣੇ ਪੇਸ਼ ਹੋਇਆ ਜਿੱਦਾਂ ਮੇਰੇ ਵਿੱਚ ਕੋਈ ਬਲ ਨਹੀਂ I ਹੈ showed myself amongst them that as I am ਇਸ ਤਰ੍ਹਾਂ ਪੇਸ਼ ਹੋਇਆ ਜਿੱਦਾਂ ਮੇਰੇ ਵਿੱਚ ਕੋਈ ਤਾਕਤ ਨਹੀਂ I ਹੈ showed as
as if I do not have any power. ਤੁਸੀਂ ਜਾਣਦੇ ਹੋ ਕਿ ਯਿਸੂ ਮਸੀਹ ਦੇ ਸ਼ਬਦ ਦੇ ਨਾਲ ਮੁਰਦਾ ਜਿਹੜਾ ਸੀ ਉਹ ਕਫਨ ਦੇ ਵਿੱਚੋਂ ਬਾਹਰ ਆ ਗਿਆ ਸੀ। Do you know by the words spoken by Jesus, a dead came to life out of birth. ਤੁਸੀਂ ਜਾਣਦੇ ਹੋ ਯਿਸੂ ਮਸੀਹ ਦੇ ਸ਼ਬਦ ਦੇ ਨਾਲ ਨਾਇਨ ਵਿਧਵਾ ਦਾ ਜਿਹੜਾ ਬੱਚਾ ਜਿਸ ਨੂੰ ਲੈ ਕੇ ਜਾ ਰਹੇ ਸਨ, And do you know the widow's the son who they were taking? ਅਤੇ ਜਦ ਉਹ ਉਸ ਅਰਥੀ ਦੇ ਉੱਤੇ ਲੈ ਕੇ ਜਾ ਰਹੇ ਸਨ And they were taking him to the burials. ਅਤੇ ਯਿਸੂ ਮਸੀਹ ਨੇ ਸ਼ਬਦ ਬੋਲਿਆ, And Jesus Christ spoke the ਯਿਸੂ word. ਮਸੀਹ ਨੇ ਕਿਹਾ ਮੈਂ ਤੁਹਾਨੂੰ ਕਹਿੰਦਾ ਕਿ ਅਰਥੀ ਨੂੰ ਥੱਲੇ ਰੱਖੋ। Jesus said, keep this grave down. ਉਹਦੇ ਵਿੱਚ ਕਿੰਨਾ ਸਾਮਰਥ ਸੀਗਾ, He had so much of power. ਕਿਸੇ ਦੀ ਜਾਂਦੀ ਅਰਥੀ ਨੂੰ ਰੋਕਣਾ, Just going that they are taking to bury him and stopping them. ਇਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। This is in itself a big ਫਿਰ thing. ਯਿਸੂ ਮਸੀਹ ਨੇ ਕਿਹਾ ਅਰਥੀ ਨੂੰ ਥੱਲੇ ਰੱਖੋ। And Jesus Christ said, just keep that body down. ਦੂਜੀ ਗੱਲ ਅਰਥੀ ਥੱਲੇ ਰੱਖੀ ਗਈ And then secondly, what it was kept ਅਤੇ down. ਤੀਸਰੀ ਗੱਲ ਯਿਸੂ ਮਸੀਹ ਨੇ ਉਸ ਨੂੰ ਕਿਹਾ, And thirdly, Jesus Christ said, ਮੈਂ ਤੈਨੂੰ ਕਹਿੰਦਾ ਹਾਂ I tell you, ਕਿ ਹੈ ਉੱਠ ਕੇ ਬੈਠ ਜਾ। oh, the one who is dead, get up and sit down. ਅਤੇ ਸਾਰੇ ਲੋਕਾਂ ਦੇ ਸਾਹਮਣੇ Amongst him in the front of all people. ਅਤੇ ਉਹ ਜਿਹੜਾ ਮੁਰਦਾ ਸੀਗਾ ਉਹ ਉਸ ਜਿਹੜੀ ਅਰਥੀ ਸੀ ਉਸ ਦੇ ਉੱਤੇ ਬੈਠ ਗਿਆ। And the dead one just rose and sat ਮੈਂ down. ਬੜੀਆਂ ਅਜੀਬ ਤਸਵੀਰਾਂ ਨੂੰ ਬਾਈਬਲ ਦੇ ਵਿੱਚ ਦੇਖਦਾ ਹਾਂ। And I see a mysterious pictures in the Bible. ਬਈ ਹਰ ਜਿੰਦਾ ਵਿਅਕਤੀ ਮੰਜੇ ਦੇ ਉੱਤੇ ਬੈਠਦਾ ਹੈ, That the one he's sitting on the ਸੋਫੇ ਦੇ ਉੱਤੇ ਬੈਠਦਾ ਹੈ, He sits on ਕਾਰ the 'ਚ sofa. ਬੈਠਦਾ ਹੈ, He sits in the ਜਹਾਜ਼ 'ਚ car. ਬੈਠਦਾ Sits in ਹੈ, the plane. ਪਰ ਕੋਈ ਵੀ ਜਿਉਂਦਾ ਵਿਅਕਤੀ ਅਰਥੀ ਦੇ ਉੱਤੇ ਨਹੀਂ ਬੈਠੇਗਾ। No one sits in a one who is taken care of. ਕੋਈ ਵੀ ਵਿਅਕਤੀ ਅਰਥੀ ਦੇ ਉੱਤੇ ਨਹੀਂ ਬੈਠਦਾ। No person sits on. ਪਰ ਜਦ ਯਿਸੂ ਮਸੀਹ ਨੇ ਸ਼ਬਦ ਬੋਲੇ But when Jesus Christ spoke the words, ਅਤੇ ਉਹ ਜਿਹੜਾ ਵਿਅਕਤੀ ਸੀ ਉਹ ਉਸ ਅਰਥੀ ਦੇ ਉੱਤੇ ਬੈਠ ਗਿਆ ਉੱਠ ਕੇ। that person sat on that grave. ਮੈਂ ਸੋਚ ਰਿਹਾ ਕਿੰਨੇ ਸ਼ਬਦ ਉਹਦੇ ਤਾਕਤ ਦੇ ਨਾਲ ਭਰੇ ਹੋਏ ਹੋਣਗੇ। And I think how much powerful there might be in his words. ਕਿਸ ਤਰ੍ਹਾਂ ਜਦੋਂ ਉਹ ਜਾ ਰਿਹਾ ਸੀ ਤੇ ਲੋਕਾਂ ਦੀਆਂ ਭੀੜਾਂ ਉਹਦੇ ਪਿੱਛੇ ਆ ਰਹੀਆਂ How ਸਨ। he was going and people flocking towards him. ਕਿਸ ਤਰ੍ਹਾਂ ਉਹਨੇ ਮਿਰਕਲ ਤੇ ਚਮਤਕਾਰ ਨੂੰ ਕੀਤਾ ਹੈ। How he just did miracles and miracles and miracles. ਤੇ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਉਸਨੇ ਕਿਹਾ ਕਿ ਮੈਂ ਆਪਣੇ ਜੇ ਪਰਮੇਸ਼ਵਰ ਦੇ ਕੋਲੋਂ ਮਦਦ ਮੰਗਾ And he said in the Bible, if I ask help from the Lord, ਕਿ ਸਵਰਗਦੂਤਾਂ ਦੀਆਂ ਫੌਜਾਂ ਨੂੰ ਮੇਰੇ ਵਾਸਤੇ ਨਾ ਭੇਜੇਗਾ। won't he set an army of angels for ਪਰ me? ਯਿਸੂ ਮਸੀਹ ਆਪਣੇ ਪਿਤਾ ਦੀ ਮਰਜ਼ੀ ਨੂੰ ਜਾਣਦੇ ਸਨ। For God, Jesus knew the will of his Father. ਇਸੇ ਤਰ੍ਹਾਂ ਸਾਨੂੰ ਵੀ ਅੱਜ ਆਪਣੇ ਪਿਤਾ ਦੀ ਮਰਜ਼ੀ ਨੂੰ ਜਾਣਨਾ ਹੈ। In the same manner, we need to know the will of our ਬਈ ਪਿਤਾ Father. ਦੀ ਮਰਜ਼ੀ ਸਾਡੇ ਜੀਵਨ ਦੇ ਅੰਦਰ ਕੀ ਹੈ, What is the will of our Father in our lives? ਸਾਨੂੰ ਇੱਥੇ ਉਸਨੇ ਕਿਉਂ ਬੁਲਾਇਆ Why ਹੈ, he has called us over ਅਸੀਂ here? ਕਿਉਂ ਆਏ ਹਾਂ। Why we have come over here? ਇੱਕ ਗੱਲ ਯਾਦ ਰੱਖਣਾ, Remember one thing. ਜਿੰਨੇ ਵੀ ਇੱਥੇ ਆਏ ਹਨ All who have come, ਅੱਜ ਦੀ ਰਿਕਾਰਡਿੰਗ ਹੋ ਚੁੱਕੀ ਹੈ, today's recording has been done. ਪਰਮੇਸ਼ਵਰ ਨੇ ਕੀਤੀ ਹੈ, God has done it. ਸਵਰਗਾਂ ਦੇ ਵਿੱਚ ਹੋ ਰਹੀ ਹੈ And it is being done in the heavens. ਅਤੇ ਉਹ ਤੁਹਾਨੂੰ ਕਿਸੇ ਕੀਮਤ ਦੇ ਉੱਤੇ ਬਖਸ਼ੇਗਾ ਨਹੀਂ। He will never ever spare you at any cost. ਅਤੇ ਉਸਦੇ ਕੋਲ ਅੱਜ ਇੱਕ ਜਿਉਂਦਾ ਜਾਗਦਾ ਪ੍ਰੂਫ And ਹੈ he has got a live witness ਕਿ ਤੁਸੀਂ ਉਸਦੀ ਆਵਾਜ਼ ਨੂੰ ਸੁਣ ਰਹੇ ਹੋ, that you are listening to his voice. ਕਿਉਂਕਿ ਉਸਦੀ ਆਵਾਜ਼ ਕੀ ਹੈ। What is his voice? ਜੇ ਜੀਸਸ ਨੂੰ ਲੋੜ ਸੀ ਆਪਣੇ ਪਿਤਾ ਦੀ ਆਵਾਜ਼ ਨੂੰ ਪਹਿਚਾਨਣ ਦੀ, If Jesus required to listen to his Father's voice, ਅਤੇ ਜਿੰਨੇ ਵੀ ਅਸੀਂ ਉਸਦੇ ਚੇਲੇ ਹਾਂ, all we who are his disciples, ਸਾਨੂੰ ਵੀ ਜ਼ਰੂਰਤ ਹੈ ਅੱਜ ਉਸਦੀ ਆਵਾਜ਼ ਨੂੰ ਪਹਿਚਾਨਣ ਦੀ, we too need to listen and understand his voice. ਉਸਦੀ ਮਰਜ਼ੀ ਨੂੰ ਸਮਝ ਲੈਣ ਦੀ। And to know his will. ਉਸਦੀ ਮਰਜ਼ੀ ਕੀ ਹੈ, What is his will? ਉਹ ਕੀ ਚਾਹੁੰਦਾ ਹੈ। What does he want? ਉਹ ਨਹੀਂ ਚਾਹੁੰਦਾ ਤੁਸੀਂ ਆਪਣੇ ਘਰ ਛੱਡ ਦਿਓ, He doesn't want you to leave your homes. ਉਹ ਨਹੀਂ ਚਾਹੁੰਦਾ ਕਿ ਤੁਸੀਂ ਆਪਣੇ ਘਰਾਂ ਤੋਂ ਬਾਹਰ ਚਲੇ He ਜਾਓ, doesn't want you to go and leave your homes and go out. ਉਹ ਨਹੀਂ ਚਾਹੁੰਦਾ ਕਿ ਤੁਸੀਂ ਬਲੀਆਂ ਦਿਓ, He doesn't want you to give sacrifices. ਉਹ ਨਹੀਂ ਚਾਹੁੰਦਾ ਕਿ ਤੁਸੀਂ ਹੋਰਨਾਂ ਦੇਵਤਿਆਂ ਦੀ ਪੂਜਾ ਕਰੋ, He doesn't want you just to worship other gods. ਉਹ ਨਹੀਂ ਚਾਹੁੰਦਾ ਕਿ ਤੁਹਾਡੇ ਅੰਦਰ ਡਰ ਹੋਵੇ। He doesn't want that you should have fear in them amongst you. ਤੇ ਉਹ ਕੀ ਚਾਹੁੰਦਾ ਹੈ, What does he want? ਉਸਦੀ ਪਲੈਨਿੰਗ ਕੀ ਹੈ, What is his plan all ਕਿਉਂ about? ਉਸਨੇ ਆਪਣੇ ਪੁੱਤਰ ਨੂੰ ਦਿੱਤਾ Why he gave his son, ਜਿਹੜਾ ਇੱਕ ਲੇਲੇ ਦੀ ਤਰ੍ਹਾਂ ਉਹ ਮਾਰਿਆ ਗਿਆ। who was murdered like a lamb? ਅਤੇ ਕੌਣ ਸੀ ਜਿਹੜਾ ਸਾਡੇ ਲਈ ਮਰਿਆ, Who was it who died for us? ਅਤੇ ਕਿਉਂ ਅੱਜ ਅਸੀਂ ਅੱਜ ਉਹਦੀ ਹਜ਼ੂਰੀ ਦੇ ਵਿੱਚ ਇਕੱਠੇ ਹੁੰਦੇ ਹਾਂ। And why we gather into his presence? ਕਿਉਂਕਿ ਪਰਮੇਸ਼ਵਰ ਦਾ ਜਿਹੜਾ ਅਨੁਗ੍ਰਹ ਹੈ For the grace of God that ਅਤੇ ਜਿਹੜਾ has, ਪਰਮੇਸ਼ਵਰ ਦਾ ਪ੍ਰੇਮ and ਹੈ, the love of God, ਅਤੇ ਅੱਜ ਸਾਨੂੰ ਮਜਬੂਰ ਕਰਦਾ ਹੈ and it makes us ਤਾਂ ਕਿ ਅਸੀਂ ਉਸਦੀ ਆਵਾਜ਼ ਨੂੰ ਸੁਣ ਲਈਏ। that we listen to his voice. ਮੈਂ ਤੁਹਾਨੂੰ ਅੱਜ ਇਹ ਦਾਅਵੇ ਨਾਲ ਕਹਿਣਾ ਚਾਹੁੰਦਾ ਹਾਂ I want to tell you with firm
form. ਪਰਮੇਸ਼ਰ ਤੁਹਾਡੀਆਂ ਸ਼ਕਲਾਂ ਨਹੀਂ ਦੇਖ ਰਿਹਾ, God is not looking into your faces, ਕਿਉਂਕਿ ਉਸਨੇ ਤੁਹਾਡੀਆਂ ਸ਼ਕਲਾਂ ਨੂੰ ਖੁਦ ਬਣਾਇਆ ਹੈ। but He has created your faces. ਅਤੇ ਪਰਮੇਸ਼ਰ ਤੁਹਾਡੇ ਦਿਲਾਂ ਨੂੰ ਦੇਖ ਰਿਹਾ ਹੈ, God is looking into your hearts, ਜਿਸ ਦੇ ਵਿੱਚੋਂ ਫੈਸਲੇ ਆਉਂਦੇ ਹਨ। from where all your discussions come. ਅਤੇ ਪਰਮੇਸ਼ਰ ਅੱਜ ਤੁਹਾਡੇ ਦਿਲਾਂ ਨੂੰ ਬਦਲੀ ਕਰਨਾ ਚਾਹੁੰਦਾ ਹੈ। God wants to change your hearts ਅਤੇ today. ਪਹਿਲੀ ਗੱਲ ਤੋਬਾ ਕਰਨਾ ਹੈ And first of all is repentance ਤੇ ਬਪਤਿਸਮਾ ਲੈਣਾ ਹੈ, and getting baptized ਪਵਿੱਤਰ ਆਤਮਾ ਦੇ ਦਾਨ ਨੂੰ ਪਾਉਣਾ ਹੈ। and receiving the gifts of the Holy Spirit. ਜਿਸ ਨੇ ਕਿਹਾ, ਹੇ ਲੋਕੋ, He said, "Oh people, ਆਪਣਾ ਪੁਰਾਣਾ ਦਿਲ ਮੈਨੂੰ ਦਿਓ give me your old heart. ਅਤੇ ਮੈਂ ਤੁਹਾਨੂੰ ਇੱਕ ਨਵਾਂ ਦਿਲ ਦੇਵਾਂਗਾ। I shall give you a new heart." ਇੱਕ ਨਵਾਂ ਦਿਲ ਲੈਣਾ ਹੈ, Oh, need to take a new heart. ਉਹ ਦਿਲ ਜਿਹੜਾ ਪਰਮੇਸ਼ਵਰ ਦੇ ਆਨੰਦ ਨਾਲ ਭਰਿਆ ਹੋਇਆ A ਹੋਵੇਗਾ, heart that will be filled with ਉਹ the ਜਿਹੜਾ love of ਦਿਲ God. ਪਰਮੇਸ਼ਵਰ ਦੇ ਪ੍ਰੇਮ ਨਾਲ ਭਰਿਆ ਹੋਇਆ A ਹੋਵੇਗਾ। heart filled with the love of God. ਜਿਸ ਤਰ੍ਹਾਂ ਯਿਸੂ ਮਸੀਹ ਨੂੰ ਲੋਕਾਂ ਦੇ ਉੱਤੇ ਤਰਸ ਆਉਂਦਾ ਸੀ, As Jesus Christ was merciful to ਇਸੇ people, ਤਰ੍ਹਾਂ ਤੁਹਾਨੂੰ ਲੋਕਾਂ ਦੇ ਉੱਤੇ ਤਰਸ ਆਏਗਾ। so you will be compassionate to people. ਤੁਸੀਂ ਕਿਸੇ ਦੀ ਜੇਬ ਨਹੀਂ ਕੱਟੋਗੇ, You will not tear anybody's pocket. ਤੁਸੀਂ ਕਿਸੇ ਨਾਲ ਧੱਕਾ ਨਹੀਂ ਕਰੋਗੇ, You will not push anyone. ਤੁਸੀਂ ਕਿਸੇ ਦੇ ਉੱਤੇ ਕਬਜ਼ਾ ਨਹੀਂ ਕਰੋਗੇ, You will not take control of anyone. ਕਿਉਂਕਿ ਤੁਹਾਨੂੰ ਪਰਮੇਸ਼ਵਰ ਨੇ ਇੱਕ ਦਿਲ ਦੇਣਾ ਹੈ God has to give you a heart. ਅਤੇ ਉਹ ਦਿਲ ਜਿਹੜਾ ਹੈ ਉਹ ਦੂਜਿਆਂ ਦੇ ਲਈ ਨਿਮਰਤਾ ਦਾ ਦਿਲ ਹੋਏਗਾ। That heart will be for others a heart of humbleness. ਧਾਰਮਿਕਤਾ ਦੇ ਵਸਤਰਾਂ ਦੀ ਗੱਲ ਕਰਨੀ ਚਾਹੁੰਦਾ ਹਾਂ। He wants and want to talk about the clothes of ਉਹਦਾ ਆਤਮਾ righteousness. ਜਿਹੜਾ ਸਾਡੇ ਉੱਤੇ ਹੈ The spirit that is upon us. ਅਤੇ ਧਾਰਮਿਕਤਾ ਦੇ ਵਸਤਰ ਕੀ ਹਨ? What are the clothes of righteousness? ਜਦੋਂ ਇੱਕ ਲੜਕੀ ਦਾ ਵਿਆਹ ਹੁੰਦਾ ਹੈ When a girl is about to be married ਤੇ ਉਸਨੇ ਜਿਹੜਾ ਸੂਟ ਪਹਿਨਿਆ ਹੁੰਦਾ ਹੈ and the suit that he's wearing, ਉਸ ਨੂੰ ਕਿੰਨਾ ਸੰਭਾਲ ਕੇ ਰੱਖਿਆ ਜਾਂਦਾ ਹੈ। so how it is taken care of. ਪਾਣ ਤੋਂ ਪਹਿਲਾਂ ਵੀ ਦੇਖਿਆ ਜਾਂਦਾ ਹੈ Before it wears, it is taken care of. ਤੇ ਪਾਣ ਤੋਂ ਬਾਅਦ ਵੀ ਦੇਖਿਆ ਜਾਂਦਾ And ਹੈ, after it is worn, then it is also looked ਤਾਂ at, ਕਿ ਉਸ ਦੇ ਉੱਤੇ ਕੋਈ ਧੱਬਾ ਜਾਂ ਦਾਗ ਜਾਂ ਕਿਤੇ ਕੋਈ ਖਰਾਬ ਨਾ ਹੋਵੇ। so that no blemish or no imprint should come upon that. ਹਾਲਾਂਕਿ ਉਸਨੇ ਧਰਤੀ ਤੇ ਹੀ ਆਪਣੇ ਜੀਵਨ ਸਾਥੀ ਦੇ ਨਾਲ ਜਾਣਾ ਹੁੰਦਾ ਹੈ Maybe he has to go with his partner on this earth. ਅਤੇ ਅਸੀਂ ਜਿੰਨੇ ਵੀ ਆ ਅਸੀਂ ਯਿਸੂ ਮਸੀਹ ਸਾਡਾ ਦੁੱਲਾ ਹੈ And we all whose bridegroom is Jesus Christ. ਅਤੇ ਅਸੀਂ ਸਾਰੇ ਉਸ ਦੀ ਦੁਲਹਨ ਹਾਂ। We are his bride. ਅਤੇ ਅੱਜ ਉਹ ਕਹਿਣਾ ਚਾਹੁੰਦਾ ਹੈ And he today wants to tell you ਕਿ ਤੁਸੀਂ ਆਪਣੇ ਵਸਤਰਾਂ ਨੂੰ ਸਵਾਰ ਲਓ। that you take care of your clothes. ਦੇਖੋ ਤੁਹਾਡੇ ਵਸਤਰ ਤੇ ਕੋਈ ਦਾਗ ਤਾਂ ਨਹੀਂ ਹੈ। Oh, see, is there any blemish in your clothes? ਅਸੀਂ ਆਪਣੇ ਆਪ ਨੂੰ ਹੋਰ ਪਿਓਰ ਕਰਨਾ ਹੈ, We need to purify us ਉਸ ਨੂੰ more. ਸਾਫ਼